ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ। ਆਪ ਸਭ ਨੂੰ ਅੱਜ ਦੇ ਇਸ ਦਿਹਾੜੇ ਦੀ ਬਹੁਤ ਬਹੁਤ ਵਧਾਈ। ਗੁਰੂ ਸਾਹਿਬ ਦਾ ਪ੍ਰਕਾਸ਼ 7 ਜੁਲਾਈ 1656, 8 ਸਾਵਨ 1713 ਚੰਦਰਮਾ ਦੇ ਹਿਸਾਬ ਨਾਲ ਸਾਵਨ ਵਦੀ ਦਸਵੀਂ ਪੂਰਨਮਾਸ਼ੀ ਤੋਂ 10ਵੇਂ ਦਿਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ। ਆਪ ਜੀ ਨੂੰ ਆਪਾਂ ਬਾਲਾ ਪ੍ਰੀਤਮ ਤਾਂ ਕਹਿੰਦੇ ਆ ਕਿਉਂਕਿ ਆਪ ਜੀ ਬਾਲ ਉਮਰ ਵਿੱਚ ਭਾਵ 5 ਸਾਲ 3 ਮਹੀਨੇ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਗਏ ਸੀ। ਹੁਣ ਜਦੋਂ ਇੰਨੀ ਛੋਟੀ ਉਮਰ ਵਿੱਚ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਤਾਂ ਕੁਝ ਉਹ ਲੋਕ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਗੁਰੂ ਘਰ ਦੀ ਚੜ੍ਹਦੀ ਕਲਾ ਵੇਖ ਨਹੀਂ ਸੁਖਾਉਂਦੇ ਸਨ, ਉਹਨਾਂ ਨੂੰ ਇੱਕ ਮੌਕਾ ਨਜ਼ਰ ਆਇਆ ਕਿ ਹੁਣ ਇਸ ਵਕਤ ਗੁਰੂ ਘਰ ਦੇ ਵਿੱਚ ਜਦੋਂ ਇੱਕ ਛੋਟੀ ਉਮਰ ਦੇ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਗਏ ਨੇ ਤਾਂ ਇਸ ਮੌਕੇ ਦਾ ਫਾਇਦਾ ਉਠਾਇਆ ਜਾ ਸਕਦਾ ਹੈ। ਉਹਨਾਂ ਨੇ ਲੋਕਾਂ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰਤਾ ਕਿ ਹੁਣ ਗੁਰੂ ਘਰ ਹੌਲਾ ਹੋ ਗਿਆ ਹੈ। ਲੋਕਾਂ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਕੋਲ ਭੇਜਣਾ ਸ਼ੁਰੂ ਕੀਤਾ। ਇੱਕ ਮਰੀਜ਼ ਕੌੜ ਦਾ ਉਸ ਨੂੰ ਸਿਖਾ ਬੁਝਾ ਕੇ ਭੇਜਿਆ ਗਿਆ ਕਿ ਤੂੰ ਜਾ। ਉਹਨਾਂ ਨੂੰ ਇਹ ਭਰੋਸਾ ਹੀ ਨਹੀਂ ਸੀ ਕਿ ਗੁਰੂ ਸਾਹਿਬ ਇੰਨੀ ਕਿਰਪਾ ਦੇ ਦਾਤੇ ਨੇ। ਉਹ ਕੇਵਲ ਉਮਰ ਦੇਖਦੇ ਪਏ ਸਨ, ਜਦ ਕਿ ਗੱਲ ਹੈ ਕਿ ਸਰੀਰ ਦੀ ਉਮਰ ਹੁੰਦੀ ਹੈ, ਗੁਰੂ ਤਾਂ ਜੋਤ ਹੈ। ਉਸ ਨੂੰ ਭੇਜਿਆ, ਉਹ ਆਇਆ, ਗੁਰੂ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਕੀਤੀ, ਆਪਣਾ ਇੱਕ ਰੁਮਾਲ ਦਿੱਤਾ, ਉਸ ਦਾ ਰੋਗ ਠੀਕ ਹੋ ਗਿਆ। ਉਹਨਾਂ ਦੀ ਇਹ ਚਾਲ ਕਾਮਯਾਬ ਨਾ ਹੋ ਪਾਈ। ਗੁਰੂ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੀ ਰੋਜ਼ਾਨਾ ਦੀਵਾਨ ਲਗਾਉਂਦੇ, ਸੰਗਤਾਂ ਬੜੀ ਭਾਰੀ ਗਿਣਤੀ ਵਿੱਚ ਪਹੁੰਚਦੀਆਂ, ਗੁਰੂ ਸਾਹਿਬ ਉਪਦੇਸ਼ ਦਿੰਦੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਲੰਮੇ ਦੇਸ਼ ਭਾਵ ਪਸ਼ਾਵਰ ਅਟਕ ਆਦਿ ਵਾਲੇ ਪਾਸਿਆਂ ਤੋਂ ਸੰਗਤਾਂ ਦਾ ਇੱਕ ਜਥਾ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਇਆ। ਇਸ ਜਥੇ ਦੇ ਨਾਲ ਇੱਕ ਚੋਰ ਜਿਸ ਦਾ ਨਾਮ ਜਸਵੰਤ ਰਾਏ ਲਿਖਿਆ ਇਤਿਹਾਸ ਵਿੱਚ, ਉਹ ਵੀ ਇਸ ਕਾਰਨ ਆ ਗਿਆ ਕਿ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਬਹੁਤ ਹੁੰਦੀਆਂ ਨੇ ਤੇ ਮੈਨੂੰ ਬੜਾ ਮੌਕਾ ਮਿਲੇਗਾ ਚੋਰੀ ਕਰਨ ਦਾ। ਆਪਣੀ ਇਸ ਨੀਅਤ ਦੇ ਨਾਲ ਇੱਥੇ ਆਇਆ। ਜਦੋਂ ਜਥੇ ਨਾਲ ਆਇਆ, ਆ ਕੇ ਪਾਤਸ਼ਾਹ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਪਾਤਸ਼ਾਹ ਕਹਿੰਦੇ ਨੇ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਬੜਾ ਸ਼ਰਮਸਾਰ ਹੋਇਆ। ਆਪਣੀ ਇਸ ਗਲਤੀ ਦੀ ਮਾਫੀ ਮੰਗੀ ਤੇ ਅੱਗੇ ਤੋਂ ਚੋਰੀ ਨਾ ਕਰਨ ਦਾ ਪ੍ਰਣ ਕੀਤਾ। ਰੋਪੜ ਦਾ ਇੱਕ ਸ਼ਾਹੂਕਾਰ ਰਾਜਾ ਰਾਮ, ਜੋ ਆਪਣੀ ਜੰਮਦੀ ਬੱਚੀ ਨੂੰ ਮਾਰ ਦਿੱਤਾ ਸੀ, ਜਿਸ ਨੇ, ਉਹ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਇਆ। ਗੁਰੂ ਸਾਹਿਬ ਨੇ ਦਰਵਾਜ਼ੇ ਤੋਂ ਬਾਹਰ ਹੀ ਰੋਕ ਦਿੱਤਾ ਕਿ ਇਹ ਅੰਦਰ ਨਹੀਂ ਆ ਸਕਦਾ। ਹੈਰਾਨ ਹੋ ਗਿਆ, ਕਹਿੰਦਾ ਪਾਤਸ਼ਾਹ ਮੇਰੇ ਕੋਲੋਂ ਕੀ ਗਲਤੀ ਹੋਈ। ਪਾਤਸ਼ਾਹ ਕਹਿੰਦੇ ਤੈਨੂੰ ਪਤਾ ਤੂੰ ਕੀ ਗਲਤੀ ਕੀਤੀ ਹੈ। ਹੁਣ ਸ਼ਰਮਿੰਦਾ ਹੋਇਆ ਹੈ, ਪਾਤਸ਼ਾਹ ਪਾਸੋਂ ਗਲਤੀ ਮੰਗੀ ਹੈ, ਅੱਗੇ ਤੋਂ ਗਲਤੀ ਨਾ ਕਰਨ ਦਾ ਪ੍ਰਣ ਕੀਤਾ ਹੈ। ਇਹ ਗੁਰੂ ਘਰ ਦਾ ਸ਼ੁਰੂ ਤੋਂ ਇੱਕ ਅਸੂਲ ਹੈ, ਸਿਧਾਂਤ ਹੈ। ਆਪਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਵੀ ਪੜ੍ਹਦੇ ਹਾਂ, ਗੁਰੂ ਸਾਹਿਬ ਨੇ ਕਦੇ ਕਿਸੇ ਨਾਲ ਇਸ ਕਰਕੇ ਭੇਦਭਾਵ ਨਹੀਂ ਕੀਤਾ ਕਿ ਇਹ ਔਰਤ ਹੈ ਜਾਂ ਕੋਈ ਛੋਟੀ ਜਾਤ ਵਾਲਾ ਹੈ। ਇੱਥੇ ਸਭ ਨੂੰ ਇੱਕ ਬਰਾਬਰ ਸਮਝਿਆ ਜਾਂਦਾ। ਆਪਾਂ ਅੱਜ ਵੇਖਦੇ ਹਾਂ ਤੰਬਾਕੂ ਦੇ ਕਾਰਨ ਬੜੀਆਂ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਔਰ ਅੱਜ ਦਾ ਸੰਸਾਰ ਇਸ ਗੱਲ ਤੋਂ ਪਰੇਸ਼ਾਨ ਵੀ ਬਹੁਤ ਹੈ। ਬੜੇ ਪ੍ਰਚਾਰ ਕੀਤੇ ਜਾਂਦੇ ਨੇ ਤੰਬਾਕੂ ਨੂੰ ਨਾ ਵਰਤਣ ਦੇ ਲਈ, ਕਿ ਤੰਬਾਕੂ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਔਰ ਜਦੋਂ ਆਪਾਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ
ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਾਜਨਾ ਵੇਲੇ ਜਦੋਂ 4 ਕੁਰੈਤਾਂ ਦਾ ਜ਼ਿਕਰ ਕੀਤਾ, ਉਹਦੇ ਵਿੱਚ ਇੱਕ ਇਹ ਵੀ ਹੈ ਕਿ ਤੰਬਾਕੂ ਨਹੀਂ ਵਰਤਣਾ, ਤੰਬਾਕੂ ਵਰਤਣ ਵਾਲਾ ਸਿੱਖ ਨਹੀਂ ਰਹਿ ਜਾਏਗਾ। ਔਰ ਇਹ ਗੱਲ ਸਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਤੰਬਾਕੂ ਨਾ ਵਰਤਣ ਦਾ ਪਹਿਲਾ ਉਪਦੇਸ਼ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਦਿੱਤਾ ਸੀ। ਇੱਕ ਜੰਜੀਆ ਜੁਗਤ ਨਾਮ ਦਾ ਵਿਅਕਤੀ, ਉਹ ਆਪਣੇ ਆਪ ਨੂੰ ਧਰਮੀ ਵੀ ਬੜਾ ਸਮਝਦਾ ਸੀ, ਪਰ ਤੰਬਾਕੂ ਦਾ ਇਸਤੇਮਾਲ ਕਰਦਾ ਸੀ। ਉਹ ਗੁਰੂ ਸਾਹਿਬ ਕੋਲ ਆਇਆ ਕਿ ਮਹਾਰਾਜ ਮੇਰਾ ਮਨ ਨਹੀਂ ਟਿਕਦਾ। ਪਾਤਸ਼ਾਹ ਕਹਿੰਦੇ ਇਸੇ ਕਰਕੇ ਨਹੀਂ ਟਿਕਦਾ, ਤੂੰ ਤੰਬਾਕੂ ਦਾ ਇਸਤੇਮਾਲ ਬੰਦ ਕਰ ਦੇ। ਪਾਤਸ਼ਾਹ ਦੇ ਹੁਕਮ ਨੂੰ ਪ੍ਰਵਾਨ ਕੀਤਾ। ਔਰੰਗਜ਼ੇਬ ਜਿਸ ਨੇ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਵੀ ਸੱਦਾ ਭੇਜਿਆ ਸੀ, ਪਾਤਸ਼ਾਹ ਨਹੀਂ ਸਨ ਗਏ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਵੀ ਔਰੰਗਜ਼ੇਬ ਦਿੱਲੀ ਵਿੱਚ ਬੁਲਾਉਣਾ ਚਾਹੁੰਦਾ ਸੀ, ਪਰ ਉਸਨੇ ਸਿੱਧਾ ਆਪਣੇ ਤੌਰ ਤੇ ਸੱਦਾ ਨਹੀਂ ਭੇਜਿਆ। ਰਾਜਾ ਜੈ ਸਿੰਘ ਦੇ ਦੁਆਰਾ ਗੁਰੂ ਪਾਤਸ਼ਾਹ ਨੂੰ ਸੱਦਾ ਭੇਜਿਆ। ਰਾਜਾ ਜੈ ਸਿੰਘ ਦੇ ਸੱਦੇ ਨੂੰ ਪਾਤਸ਼ਾਹ ਨੇ ਪ੍ਰਵਾਨ ਕਰਦਿਆਂ ਇਹ ਗੱਲ ਕਹੀ ਕਿ ਅਸੀਂ ਦਿੱਲੀ ਤਾਂ ਆਵਾਂਗੇ, ਪਰ ਔਰੰਗਜ਼ੇਬ ਨੂੰ ਨਹੀਂ ਮਿਲਣਾ। ਨਹਿ ਮਲੇਚ ਕੋ ਦਰਸ਼ਨ ਦੇ, ਆਪਾਂ ਪੜ੍ਹਦੇ ਹਾਂ ਇਤਿਹਾਸ ਦੇ ਵਿੱਚ। ਦਿੱਲੀ ਜਾਣ ਦੇ ਲਈ ਤਿਆਰੀ ਕੀਤੀ ਹੈ, ਬੜੀ ਭਾਰੀ ਗਿਣਤੀ ਵਿੱਚ ਸੰਗਤਾਂ ਨਾਲ ਗਈਆਂ ਨੇ। ਪੰਜੋਖੜਾ ਸਾਹਿਬ ਜੋ ਅੰਬਾਲੇ ਦੇ ਨੇੜੇ ਹੈ, ਉੱਥੇ ਤੱਕ ਸੰਗਤਾਂ ਨੂੰ ਪਾਤਸ਼ਾਹ ਨਾਲ ਲੈ ਕੇ ਗਏ। ਉੱਥੋਂ ਸੰਗਤਾਂ ਨੂੰ ਵਾਪਸ ਭੇਜਿਆ ਤੇ ਕੁਝ ਮੁਖੀ ਸਿੱਖਾਂ ਨੂੰ ਨਾਲ ਲੈ ਕੇ ਅੱਗੇ ਜਾਣ ਦਾ ਪ੍ਰੋਗਰਾਮ ਬਣਾਇਆ। ਪੰਜੋਖੜਾ ਸਾਹਿਬ ਦੀ ਧਰਤੀ ਤੇ ਇੱਕ ਪੰਡਤ ਲਾਲ ਚੰਦ, ਬੜਾ ਹੰਕਾਰ ਹੈ ਜਿਸ ਨੂੰ ਆਪਣੀ ਵਿਦਿਆ ਦੇ ਉੱਪਰ, ਉਹ ਇਹ ਗੱਲ ਕਹਿੰਦਾ ਹੈ ਕਿ ਤੁਸੀਂ ਆਪਣਾ ਨਾਮ ਤਾਂ ਕ੍ਰਿਸ਼ਨ ਜੀ ਤੋਂ ਵੀ ਵੱਡਾ ਰੱਖਿਆ, ਹਰੀ ਕ੍ਰਿਸ਼ਨ ਸਾਹਿਬ, ਪਰ ਕੀ ਤੁਸੀਂ ਕ੍ਰਿਸ਼ਨ ਜੀ ਦੀ ਲਿਖੀ ਗੀਤਾ ਦੇ ਅਰਥ ਕਰ ਪਾਓਗੇ? ਹੁਣ ਗੁਰੂ ਜੀ ਮੁਸਕਰਾਉਂਦੇ ਨੇ ਤੇ ਇਹ ਗੱਲ ਕਹਿੰਦੇ ਨੇ ਕਿ ਤੂੰ ਜਿਸ ਨੂੰ ਮਰਜ਼ੀ ਲੈ ਆਓ ਪੰਡਤ ਜੀ, ਤੁਹਾਡੇ ਹਰ ਸਵਾਲ ਦਾ ਜਵਾਬ ਮਿਲ ਜਾਏਗਾ। ਉਹ ਬੜਾ ਖੁਸ਼ ਹੁੰਦਾ ਹੈ। ਉਹ ਆਪਣੀ ਮਰਜ਼ੀ ਦੇ ਇੱਕ ਐਸੇ ਵਿਅਕਤੀ ਨੂੰ ਜਿਹੜਾ ਬੜਾ ਹੀ ਅਨਪੜ੍ਹ ਹੈ, ਜਿਸ ਨੂੰ ਕੁਝ ਪਤਾ ਹੀ ਨਹੀਂ ਹੈ, ਧਰਮ ਦੀ ਕਿਸੇ ਰੀਤੀ ਦਾ, ਕਿਸੇ ਰਿਵਾਜ ਦਾ ਉਸ ਨੂੰ ਪਤਾ ਹੀ ਨਹੀਂ, ਕਿਸੇ ਚੀਜ਼ ਦਾ ਉਸ ਨੂੰ ਪਤਾ ਹੀ ਨਹੀਂ ਹੈ, ਛੋਟੀ ਜਾਤੀ ਦਾ, ਚੀਵਰ ਜਾਤੀ ਦਾ, ਨਾਮ ਛੱਜੂ ਹੈ, ਬੋਲਣਾ ਤੱਕ ਨਹੀਂ ਜਾਣਦਾ, ਉਸ ਛੱਜੂ ਚੀਵਰ ਨੂੰ ਲੈ ਆਉਂਦਾ ਤੇ ਇਹ ਸਮਝਦਾ ਕਿ ਹੁਣ ਤਾਂ ਮੇਰੀ ਗੱਲ ਬਣ ਗਈ, ਇਹ ਤਾਂ ਬੋਲ ਹੀ ਨਹੀਂ ਸਕਦਾ। ਔਰ ਜਦੋਂ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਹੋਈ ਉਸ ਛੱਜੂ ਚੀਵਰ ਦੇ ਉੱਤੇ, ਤੇ ਪੰਡਤ ਲਾਲ ਚੰਦ ਜੋ ਸਵਾਲ ਪੁੱਛੀ ਜਾ ਰਿਹਾ, ਛੱਜੂ ਚੀਵਰ ਉਹਦੇ ਜਵਾਬ ਦੇ ਜਾ ਰਿਹਾ। ਬੜਾ ਹੈਰਾਨ ਹੋਇਆ, ਹੰਕਾਰ ਖਤਮ ਹੋ ਗਿਆ, ਗੁਰੂ ਸਾਹਿਬ ਦੇ ਚਰਨੀ ਢਹਿ ਪਿਆ, ਸਿੱਖ ਸੱਜ ਗਿਆ। ਦਸਮ ਪਾਤਸ਼ਾਹ ਦੇ ਵੇਲੇ ਲਾਲ ਚੰਦ ਤੋਂ ਲਾਲ ਸਿੰਘ ਬਣ ਗਿਆ, ਖੰਡੇ ਦੀ ਪਾਹੁਲ ਲੈ ਕੇ। ਤੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਚਮਕੌਰ ਸਾਹਿਬ ਦੀ ਜੰਗ ਵੇਲੇ ਸ਼ਹਾਦਤ ਵੀ ਪ੍ਰਾਪਤ ਕੀਤੀ ਹੈ। ਤੇ ਉਧਰ ਉਹ ਛੱਜੂ ਚੀਵਰ, ਉਹਦੇ ਭਾਗ ਖੁੱਲ ਗਏ ਨੇ, ਉਹ ਵੀ ਗੁਰੂ ਸਾਹਿਬ ਦੀ ਪਾਸੋਂ ਸਿੱਖੀ ਦੀ ਦਾਤ ਪ੍ਰਾਪਤ ਕਰ ਲਈ ਹੈ। ਗੁਰੂ ਸਾਹਿਬ ਨੇ ਉਸ ਨੂੰ ਵੀ ਪ੍ਰਚਾਰਕ ਬਣਾ ਕੇ ਜਗਨਨਾਥਪੁਰੀ ਭੇਜ ਦਿੱਤਾ ਹੈ। ਤੇ ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ, ਜਦੋਂ ਖਾਲਸੇ ਦੀ ਸਾਜਨਾ ਹੁੰਦੀ ਹੈ, 5 ਪਿਆਰੇ ਸਾਹਿਬਾਨ ਵਿੱਚੋਂ ਭਾਈ ਹਿੰਮਤ ਸਿੰਘ ਜੀ ਜਗਨਨਾਥਪੁਰੀ ਤੋਂ ਆਉਂਦੇ ਨੇ। ਉਹ ਭਾਈ ਛੱਜੂ ਚੀਵਰ ਦੇ ਵੰਸ਼ ਵਿੱਚੋਂ। ਗੁਰੂ ਸਾਹਿਬ ਦਿੱਲੀ ਪਹੁੰਚਦੇ ਨੇ, ਰਾਜਾ ਜੈ ਸਿੰਘ ਦੇ ਬੰਗਲੇ ਵਿੱਚ, ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਰਾਜਮਾਨ ਹੈ। ਹੁਣ ਉੱਥੇ ਪਹੁੰਚ ਕੇ ਵੀ ਪਾਤਸ਼ਾਹ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ, ਸੰਗਤਾਂ ਆਉਂਦੀਆਂ ਨੇ ਦਰਸ਼ਨਾਂ ਲਈ। ਔਰੰਗਜ਼ੇਬ ਵੀ ਚਾਹੁੰਦਾ ਕਿ ਮੈਂ ਮਿਲਣਾ ਹੈ, ਪਰ ਪਾਤਸ਼ਾਹ ਇਨਕਾਰ ਕਰ ਦਿੰਦੇ ਨੇ। ਇੱਥੇ ਤੱਕ ਜ਼ਿਕਰ ਆਇਆ ਕਿ ਔਰੰਗਜ਼ੇਬ ਆਪ ਮਿਲਣ ਆ ਗਿਆ ਬਿਨਾਂ ਦੱਸੇ ਹੀ। ਜਦੋਂ ਪਾਤਸ਼ਾਹ ਨੂੰ ਪਤਾ ਲੱਗਦਾ, ਪਾਤਸ਼ਾਹ ਦਰਵਾਜ਼ਾ ਬੰਦ ਕਰਵਾ ਦਿੰਦੇ ਨੇ, ਕਹਿੰਦੇ ਨਹੀਂ ਮਿਲਣਾ। ਅੱਧੀ ਘੜੀ ਦਾ ਸਮਾਂ, ਲਗਭਗ 12 ਮਿੰਟ ਔਰੰਗਜ਼ੇਬ ਦਰਸ਼ਨਾਂ ਦੀ ਚਾਹਤ ਲੈ ਕੇ ਬਾਹਰ ਖੜਾ ਰਿਹਾ, ਪਰ ਪਾਤਸ਼ਾਹ ਨਹੀਂ ਮਿਲੇ। ਦੇਖੋ ਕਿੰਨੀ ਦ੍ਰਿੜਤਾ ਦੀ ਗੱਲ ਹੈ, ਕਿੰਨੀ ਦ੍ਰਿੜਤਾ ਹੈ। ਇੱਥੇ ਫਿਰ ਉਹੀ ਗੱਲ ਹੈ ਕਿ ਸਰੀਰ ਦੀ ਉਮਰ ਹੋ ਸਕਦੀ ਹੈ, ਪਰ ਜੋਤ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀ, ਉਸ ਦਾ ਫੈਸਲਾ। ਗੁਰੂ ਸਾਹਿਬ ਦਿੱਲੀ ਦੀ ਧਰਤੀ ਤੇ ਉਹਨਾਂ ਦਿਨਾਂ ਵਿੱਚ ਜੋ ਬਿਮਾਰੀ ਫੈਲੀ ਹੈ ਚੇਚਕ ਦੀ, ਉਸ ਬਿਮਾਰੀ ਦੇ ਮਰੀਜ਼ਾਂ ਦੀ ਸੇਵਾ ਵਿੱਚ ਲੱਗ ਜਾਂਦੇ, ਆਪ ਵਿੱਚ ਵਿਚਰ ਕੇ ਸੇਵਾ ਕਰਦੇ ਨੇ। ਅੱਜ ਵੀ ਇੱਕ ਬਿਮਾਰੀ ਫੈਲੀ ਹੋਈ ਹੈ ਕਰੋਨਾ ਦੇ ਨਾਮ ਦੀ,
ਅੱਜ ਵੀ ਗੁਰੂ ਕੇ ਸਿੱਖ ਗੁਰੂ ਦੇ ਉਪਦੇਸ਼ ਨੂੰ ਸਮਝ ਕੇ ਅੱਜ ਵੀ ਬੜੀ ਸੇਵਾ ਵਿੱਚ ਲੱਗੇ ਨੇ। ਜਿਵੇਂ ਆਪਾਂ ਵੇਖਦੇ ਹਾਂ, ਇਤਿਹਾਸ ਵਿੱਚ ਪੜ੍ਹਦੇ ਹਾਂ, ਗੁਰੂ ਸਾਹਿਬ ਦੇ ਸਰੀਰ ਤੇ ਵੀ ਬਿਮਾਰੀ ਆ ਜਾਂਦੀ ਹੈ। ਅੱਜ ਵੀ ਉਸੇ ਤਰ੍ਹਾਂ ਬੜੇ ਐਸੇ ਲੋਕ ਨੇ ਜਿਹੜੇ ਸੇਵਾ ਕਰਦੇ ਨੇ ਔਰ ਸਰੀਰ ਤੇ ਬਿਮਾਰੀਆਂ ਆਪਣੇ ਤੇ ਲੈ ਚੁੱਕੇ ਨੇ। ਇਹ ਗੁਰੂ ਦਾ ਉਪਦੇਸ਼ ਹੈ, ਇਹ ਗੁਰੂ ਦੀ ਸਿੱਖਿਆ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਦੋਂ ਉਹਨਾਂ ਦੇ ਸਰੀਰ ਨੂੰ ਬਿਮਾਰੀ ਹੋ ਜਾਂਦੀ ਹੈ ਤਾਂ ਫਿਰ ਆਪ ਜਮਨਾ ਦੇ ਕਿਨਾਰੇ ਤੇ ਚਲੇ ਜਾਂਦੇ ਨੇ। ਉੱਥੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਬਾਬਾ ਬਸੈ ਗ੍ਰਾਮ ਬਕਾਲਾ ਕਹਿ ਕੇ ਗੁਰਤਾ ਗੱਦੀ ਬਖਸ਼ ਦਿੰਦੇ ਨੇ ਤੇ ਆਪ ਜੋਤੀ ਜੋਤ ਸਮਾ ਜਾਂਦੇ। ਆਪਾਂ ਅੱਜ ਗੁਰੂ ਸਾਹਿਬ ਦਾ ਪ੍ਰਕਾਸ਼ ਮਨਾ ਰਹੇ ਹਾਂ। ਗੁਰੂ ਦਾ ਪ੍ਰਕਾਸ਼ ਮਨਾਉਣ ਦਾ ਮਤਲਬ ਇਹੀ ਹੈ ਕਿ ਗੁਰੂ ਦੇ ਸਿੱਖਿਆਵਾਂ ਤੇ, ਗੁਰੂ ਦੇ ਉਪਦੇਸ਼ਾਂ ਤੇ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਸਫਲ ਕਰਨਾ। ਆਓ ਅੱਜ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਗੁਰੂ ਸਾਹਿਬ ਅੱਗੇ ਇਹ ਅਰਦਾਸ ਬੇਨਤੀ ਜੋਦੜੀ ਕਰੀਏ ਕਿ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ, ਅਸੀਂ ਵੀ ਆਪ ਜੀ ਦੇ ਦਿੱਤੇ ਹੁਕਮਾਂ ਅਨੁਸਾਰ, ਆਪ ਜੀ ਦੇ ਦਿੱਤੇ ਉਪਦੇਸ਼ਾਂ ਅਨੁਸਾਰ ਆਪਣੇ ਜੀਵਨ ਨੂੰ ਚਲਾ ਸਕੀਏ ਤੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।